ਕੱਲ ਜੋ ਪਰੀਕਰਨ ਚੱਲ ਰਿਹਾ ਸੀ ਉਹਦੇ ਵਿੱਚ ਇੱਕ ਗੱਲ ਅਧੂਰੀ ਰਹਿ ਗਈ ਤੇ ਅਧੂਰੀ ਗੱਲ ਅਗਰ ਕੋਈ ਪਕੜ ਲਵੇ ਨਾ ਤੇ ਉਹਨੂੰ ਨੁਕਸਾਨ ਵੀ ਹੋ ਸਕਦਾ ਹੈ। ਤੇ ਅਕਸਰ ਮਨ ਉਸ ਗੱਲ ਨੂੰ ਪਕੜ ਲੈਂਦਾ ਹੈ ਜਿਹੜੀ ਮਨ ਦੇ ਅਨੁਕੂਲ ਹੋਵੇ, ਤੇ ਜਿਹੜੀ ਗੱਲ ਮਨ ਦੇ ਅਨੁਕੂਲ ਹੋਵੇ ਉਹਦੇ ਨਾਲ ਮਨ ਮਿਟਦਾ ਨਹੀਂ ਹੈ। ਮਨ ਉਹ ਗੱਲਾਂ ਪਕੜਦਾ ਹੈ ਨਾ ਜਿਹੜੀਆਂ ਸਖਾਲੀਆਂ ਲੱਗਦੀਆਂ। ਮਨ ਕਹਿੰਦਾ ਆਹ ਵਧੀਆ, ਕੁਛ ਕਰਨਾ ਹੀ ਨਹੀਂ। ਜਿਵੇਂ ਮੈਂ ਕੱਲ ਕਿਹਾ ਸੀ ਕਿ ਮੈਨੂੰ ਬਹੁਤ ਸਾਧੂ ਮਹਾਤਮਾ ਆਪਣੇ ਸ਼ਿਵਰਾਂ 'ਤੇ ਧਿਆਨ ਕਰਨ ਕਰਾਉਣ ਵਾਸਤੇ ਸੱਦਦੇ ਸਨ, ਤੇ ਮੈਂ ਜਾਂਦਾ ਨਹੀਂ ਸੀ। ਮੈਂ ਅਕਸਰ ਇਹੋ ਹੀ ਕਹਿੰਦਾ ਹੁੰਦਾ ਵੀ ਮੈਨੂੰ ਤਾਂ ਕੁਝ ਚਾਹੀਦਾ ਹੀ ਨਹੀਂ ਹੈ, ਇਸ ਕਰਕੇ ਮੈਂ ਕਰਾਂ ਕਿਉਂ ਧਿਆਨ। ਕੁਛ ਵੀ ਆਦਮੀ ਕਰਦਾ ਹੈ ਕੁਛ ਚਾਹਤ ਕਰਕੇ, ਚਾਹਤ ਕਰਕੇ ਕਰਦਾ ਹੈ ਨਾ। ਤੇ ਜਦੋਂ ਚਾਹਤ ਨਹੀਂ ਰਹਿ ਜਾਂਦੀ ਹੈ ਉਦੋਂ ਕਰਤਾ ਭਾਵ ਡਿੱਗ ਪੈਂਦਾ ਹੈ। ਫਿਰ ਧਿਆਨ ਕਰਨਾ ਨਹੀਂ ਪੈਂਦਾ ਹੈ, ਫਿਰ ਧਿਆਨ ਹੁੰਦਾ ਹੈ। ਜਦੋਂ ਕਰਤਾ ਭਾਵ ਨਾ ਰਿਹਾ ਫਿਰ ਧਿਆਨ ਕਰਨਾ ਨਹੀਂ ਪੈਂਦਾ ਹੈ, ਫਿਰ ਧਿਆਨ ਹੁੰਦਾ ਹੈ, ਕਿਉਂਕਿ ਕਰਤਾ ਭਾਵ ਤੇ ਰਿਹਾ ਹੀ ਨਹੀਂ। ਪਰ ਇਹ ਅਵਸਥਾ ਬਾਅਦ ਵਿੱਚ ਆਉਂਦੀ ਹੈ ਜਦੋਂ ਕੁਛ ਕਰਨ ਦੀ ਲੋੜ ਨਹੀਂ ਪੈਂਦੀ। ਜਿਹੜੇ ਅਜੇ ਸੰਸਾਰ ਦੇ ਵਿੱਚ ਖੜੇ ਹਨ ਉਹਨਾਂ ਨੂੰ ਸੰਸਾਰ ਵਿੱਚੋਂ ਨਿਕਲਣ ਵਾਸਤੇ ਕੁਛ ਤੇ ਕਰਨਾ ਪਵੇਗਾ ਹੀ ਨਾ। ਹੁਣ ਸੰਸਾਰ ਦੇ ਵਿੱਚ ਸੁਰਤ ਤੁਹਾਡੀ ਵੜ ਗਈ, ਖੁੱਭ ਗਈ, ਲੱਗ ਗਈ ਸੰਸਾਰ ਦੇ ਨਾਲ, ਝੂਠ ਦੇ ਨਾਲ। ਜਗ ਰਚਨਾ ਸਭ ਝੂਠ ਹੈ, ਕੂੜ ਹੈ। ਕੂੜ ਦੇ ਨਾਲ ਲੱਗ ਗਈ, ਸੁਰਤ ਲੱਗ ਗਈ। ਤੇ ਕੂੜ ਦੇ ਨਾਲੋਂ ਟੁੱਟੂ ਕਿਵੇਂ? ਕਿ ਕੂੜਾ ਟੁੱਟੇ ਪਾਲ, ਇਹ ਪਾਲ ਹੈ, ਟੁੱਟੇ ਕਿਵੇਂ? ਉਹ ਤੋੜਨ ਵਾਸਤੇ ਤੁਹਾਨੂੰ ਕੁਛ ਕਰਨਾ ਪਵੇਗਾ। ਫਿਰ ਸੰਸਾਰ ਵਿੱਚੋਂ ਸੁਰਤ ਹਟੇਗੀ, ਫਿਰ ਸੰਸਾਰ ਚੰਗਾ ਨਹੀਂ ਲੱਗੇਗਾ, ਅੱਛਾ ਨਹੀਂ ਲੱਗੇਗਾ, ਤਾਂ ਹੀ ਹਟੇਗੀ ਸੁਰਤ ਵੀ ਦੇਖ ਲਿਆ, ਭੋਗ ਲਿਆ, ਜਾਣ ਲਿਆ। ਫਿਰ ਆਦਮੀ ਧਰਮ ਵੱਲ ਨੂੰ ਜਾਂਦਾ ਹੈ, ਧਾਰਮਿਕ ਹੁੰਦਾ ਹੈ। ਪਹਿਲਾਂ ਸੰਸਾਰ ਤੋਂ ਛੁੱਟਦਾ ਹੈ, ਧਾਰਮਿਕ ਹੁੰਦਾ ਹੈ। ਪਹਿਲਾਂ ਸੰਸਾਰ ਨੂੰ ਜਾਣ ਲੈਂਦਾ ਹੈ, ਦੇਖ ਲੈਂਦਾ ਹੈ ਵੀ ਕੁਝ ਨਹੀਂ ਹੈ ਸੰਸਾਰ 'ਚ, ਫਿਰ ਧਾਰਮਿਕ ਹੋਇਆ। ਫਿਰ ਧਰਮ ਨੂੰ ਵੀ ਜਾਣ ਲੈਂਦਾ ਹੈ, ਜਿਹੜਾ ਚੰਗੀ ਤਰ੍ਹਾਂ ਜਪ ਤਪ ਕਰਕੇ, ਪਾਠ ਪੂਜਾ ਕਰਕੇ, ਯੋਗ ਆਸਨ ਲਾ ਕੇ, 84 ਆਸਣ ਸਿੱਧ ਸਭ ਕੁਛ ਕਰੇ, ਕਰ ਕੁਰ ਕੇ ਜਿਹੜਾ ਦੇਖ ਲੈਂਦਾ ਹੈ ਨਾ ਚੰਗੀ ਤਰ੍ਹਾਂ। ਅਗਰ ਚੰਗੀ ਤਰ੍ਹਾਂ ਦੇਖੇ, ਸਾਰੇ ਨਹੀਂ ਦੇਖ ਪਾਉਂਦੇ ਹਨ, ਕਈ ਤਾਂ ਇਸੇ ਕੰਮ 'ਚ ਹੀ ਲੱਗੇ ਰਹਿੰਦੇ ਹਨ ਸਾਰੀ ਜ਼ਿੰਦਗੀ।
ਆਸਣ ਹੀ ਸਾਧਦੇ ਰਹਿੰਦੇ, ਕਈ ਯੋਗ ਕਰਦੇ ਰਹਿੰਦੇ, ਕਈ ਧਿਆਨ ਕਰ ਰਹੇ ਹਨ, ਕੁਛ ਨਾ ਕੁਛ ਕਰ ਰਹੇ ਹਨ, ਪਰ ਕਰ ਕਰਕੇ ਜਿਹੜਾ ਦੇਖ ਲਵੇ ਵੀ ਇਹ ਕਰਨ ਵਿੱਚ ਨਹੀਂ ਹੈ, ਪਰਮਾਤਮਾ ਹੋਣ ਵਿੱਚ ਹੈ। ਜਿਵੇਂ ਸੰਸਾਰ ਨੂੰ ਛੱਡਿਆ ਸੀ ਜਾਣ ਕੇ, ਇਵੇਂ ਧਰਮ ਨੂੰ ਵੀ ਛੱਡ ਦੇਵੇ ਜਾਣ ਕੇ ਵੀ ਸਭ ਕੁਛ ਕਰ ਲਿਆ, ਦੇਖ ਲਿਆ, ਚਲੋ ਹੁਣ ਛੱਡੋ। ਫਿਰ ਤੀਸਰਾ ਕਦਮ ਹੁੰਦਾ ਹੈ। ਹੁਣ ਜਦੋਂ ਸੰਸਾਰ 'ਚ ਵੀ ਕੁਝ ਨਹੀਂ ਚਾਹੀਦਾ, ਧਾਰਮਿਕ ਜਗਤ 'ਚ ਵੀ ਜੋ ਕੁਛ ਕਹਿੰਦੇ ਹਨ ਕੁਝ ਨਹੀਂ ਚਾਹੀਦਾ, ਨਾ ਸਵਰਗ ਚਾਹੀਦਾ, ਨਾ ਵਿਕੁੰਠ ਚਾਹੀਦਾ, ਨਾ ਪ੍ਰਮਾਤਮਾ ਚਾਹੀਦਾ, ਕੋਈ ਚਾਹੀਦਾ ਹੀ ਨਹੀਂ ਜੋ ਧਾਰਮਿਕ ਲੋਕ ਕਹਿੰਦੇ ਹਨ। ਤਾਂ ਹੀ ਧਰਮ ਛੁੱਟੂਗਾ ਨਾ। ਕੁਛ ਵੀ ਨਹੀਂ ਚਾਹੀਦਾ ਧਾਰਮਿਕ ਜਗਤ ਦੇ ਵਿੱਚ ਜੋ ਲੋਕ ਕਹਿੰਦੇ, ਫਿਰ ਧਾਰਮਿਕ ਇੱਛਾ ਵੀ ਛੁੱਟ ਗਈ, ਚਾਹਤ ਛੁੱਟ ਗਈ। ਜੋ ਚਾਹਤ ਕੋਈ ਨਹੀਂ ਹੈ, ਠੀਕ ਹੈ ਨਾ, ਫਿਰ ਬੰਦਾ ਸੋਚਦਾ ਨਹੀਂ ਹੈ ਭਵਿੱਖ ਬਾਰੇ, ਤੇ ਫਿਰ ਧਿਆਨ ਕਰਨਾ ਨਹੀਂ ਪੈਂਦਾ, ਫਿਰ ਧਿਆਨ ਹੁੰਦਾ ਹੈ। ਪਰ ਫਿਰ ਖਿਆਲ ਵਿੱਚ ਰੱਖਿਓ ਵੀ ਬਹੁਤ ਸਾਰੇ ਸੱਜਣ ਜਿਹੜੇ ਹਨ ਉਹ ਇਹੀ ਢੰਗ ਦੇ ਨਾਲ ਸੋਚ ਲੈਂਦੇ ਹਨ ਵੀ ਠੀਕ ਹੈ, ਇਹਨਾਂ ਨੇ ਕਿਹਾ ਹੈ ਕੁਛ ਕਰਨਾ ਨਹੀਂ ਤੇ ਆਪਾਂ ਵੀ ਕੁਝ ਨਹੀਂ ਕਰਦੇ, ਤੇ ਉਹ ਆਲਸੀ ਹੋ ਜਾਣਗੇ। ਅਕਸਰ ਐਸਾ ਹੁੰਦਾ ਹੈ। ਮਨ ਉਹ ਗੱਲ ਪਕੜ ਲੈਂਦਾ ਹੈ ਜਿਹੜੀ ਮਨ ਦੇ ਅਨੁਕੂਲ ਹੋਵੇ, ਜੱਚਦੀ ਹੋਵੇ। ਧਾਰਮਿਕ ਜਗਤ 'ਚ ਇੱਦਾਂ ਹੀ ਕਰਦੇ ਹਨ ਨਾ ਲੋਕ, ਧਾਰਮਿਕ ਗ੍ਰੰਥਾਂ 'ਚ ਉਹ ਗੱਲ ਪਕੜ ਲੈਂਦੇ ਹਨ ਜਿਹੜੀ ਉਹਨਾਂ ਦੇ ਮਤਲਬ ਦੀ ਹੈ, ਕੰਮ ਦੀ, ਉਹ ਯਾਦ ਰੱਖਦੇ ਹਨ, ਉਹ ਪਕੜ ਲੈਂਦੇ, ਬਾਕੀ ਛੱਡ ਦਿੰਦੇ। ਉਹ ਜਿਹੜੀਆਂ ਜੋ ਉਹਨਾਂ ਨੇ ਪਕੜੀਆਂ ਹੋਈਆਂ ਹਨ ਉਹ ਮਿਟਾਉਂਦੀਆਂ ਥੋੜ੍ਹੀ ਹਨ ਉਹਨਾਂ ਨੂੰ, ਉਹ ਤਾਂ ਮਨ ਨੇ ਪਕੜੀਆਂ ਹੀ ਇਸੇ ਕਰਕੇ ਹਨ। ਮਨ ਨੂੰ ਚੰਗੀਆਂ ਲੱਗੀਆਂ ਨਾ ਜਿਹੜੇ ਉਪਦੇਸ਼, ਉਹ ਮਨ ਨੂੰ ਥੋੜ੍ਹੀ ਮਿਟਾਉਣਗੇ। ਇਸ ਕਰਕੇ ਗੁਰੂ ਚੋਟ ਕਰਦਾ ਹੈ, ਜਿਵੇਂ ਕੱਲ੍ਹ ਕਿਹਾ ਸੀ ਨਾ, ਇਸ ਗੁਰਮੁਖ ਪਿਆਰੇ ਨੇ ਚੋਟ ਕਰਦਾ ਹੈ। ਚੋਟ ਇਸੇ ਕਰਕੇ ਕਰਦਾ ਹੈ ਵੀ ਤੁਸੀਂ ਉਹ ਗੱਲ ਪਕੜ ਲੈਂਦੇ ਹੋ ਜਿਹੜੀ ਤੁਹਾਡੇ ਮਨ ਨੂੰ ਚੰਗੀ ਲੱਗਦੀ ਹੈ, ਅਤੇ ਫਿਰ ਦੁਬਾਰਾ ਚੋਟ ਕਰਨੀ ਪੈਂਦੀ ਹੈ ਵੀ ਇੱਦਾਂ ਨਹੀਂ ਜਿੱਦਾਂ ਤੁਸੀਂ ਸਮਝ ਰਹੇ ਹੋ, ਵੀ ਤੁਹਾਨੂੰ ਬਹੁਤ ਕੁਛ ਕਰਨਾ ਪਵੇਗਾ। ਸੰਸਾਰ ਵਿੱਚੋਂ ਸੁਰਤ ਨੂੰ ਹਟਾਉਣਾ ਹੈ, ਪਹਿਲਾਂ ਸੰਸਾਰ ਵਿੱਚ ਲੱਗ ਗਈ ਹੈ ਨਾ, ਧਿਆਨ ਲੱਗ ਗਿਆ ਕਹਿ ਲਓ ਤੁਸੀਂ। ਅੱਠੇ ਪੈਰ ਕਿਹਦੀ ਸੋਚਦੇ? ਸੰਸਾਰ ਵੱਲ ਦੀ ਸੋਚਦੇ ਹੋ। ਬੱਚੇ ਹਨ, ਪਰਿਵਾਰ ਹੈ, ਜੋ ਕੁਝ ਵੀ ਹੈ, ਜੋ ਵੀ ਸੋਚ ਹੈ ਉਹ ਸੰਸਾਰ ਦੀ ਹੈ, ਪਰਮਾਤਮਾ ਦੀ ਕੋਈ ਸੋਚ ਨਹੀਂ ਹੁੰਦੀ। ਤੇ ਸੋਚ ਵਿਚਾਰ ਚੱਲ ਰਹੀ, ਤੇ ਕਿਉਂ ਚੱਲ ਰਹੀ ਹੈ, ਕਿਸ ਕਾਰਨ ਚੱਲ ਰਹੀ ਹੈ, ਉਹਨੂੰ ਸਮਝੋ ਤੇ ਹੌਲੀ ਹੌਲੀ ਹਟਾਓ। ਧਿਆਨ ਲਾਉਣ ਦਾ ਅਰਥ ਵੀ ਇਹੋ ਹੀ ਹੈ, ਲੱਗੂਗਾ ਵੀ ਤਾਂ ਹੀ ਅਗਰ ਤੁਸੀਂ ਹਟਾਓਗੇ ਤਾਂ ਛੇਤੀ ਲੱਗੇਗਾ। ਫਿਰ ਜੇ ਹਟਾਓਗੇ ਤਾਂ ਧਿਆਨ ਨੂੰ ਹਟਾਓ, ਉਹ ਮੋਰੀਆਂ ਬੰਦ ਕਰੋ ਜਿਹੜੀਆਂ ਬਾਹਰ ਖੁੱਲ੍ਹ ਜਾਂਦੀਆਂ ਹਨ, ਧਿਆਨ ਬਾਹਰ ਚਲੇ ਜਾਂਦਾ ਹੈ। ਹੌਲੀ ਹੌਲੀ ਬੰਦ ਕਰੋ, ਥੋੜ੍ਹੀਆਂ ਥੋੜ੍ਹੀਆਂ ਕਰੋ, ਆਸਤੇ ਆਸਤੇ ਕਰੋ, ਤੇ ਸੰਸਾਰ ਵੱਲੋਂ ਹਟ ਗਿਆ। ਫਿਰ ਧਰਮ ਵੱਲੋਂ ਵੀ ਹਟਾਉਣਾ ਹੈ। ਉਧਰੋਂ ਹਟਾਉਣਾ ਕਈਆਂ ਨੂੰ ਜ਼ਿਆਦਾ ਔਖਾ ਹੁੰਦਾ ਹੈ, ਕਿਉਂਕਿ ਧਰਮ ਦੇ ਸੰਸਕਾਰ ਜ਼ਿਆਦਾ ਗਹਿਰੇ ਹਨ, ਮਨ ਛੱਡਦਾ ਨਹੀਂ ਹੈ ਛੇਤੀ। ਕਈ ਸੋਚ ਲੈਂਦੇ ਹਨ ਗੁਰੂ ਦੀ ਕਰੋਪੀ ਹੋ ਜਾਊਗੀ, ਗੁਰੂ ਕਰੋਪ ਹੋ ਜਾਣਗੇ, ਗੁੱਸੇ ਹੋ ਜਾਣਗੇ। ਨਹੀਂ, ਜਿਹੜਾ ਗੁੱਸੇ ਹੋ ਜਾਵੇ ਉਹ ਗੁਰੂ ਨਹੀਂ ਹੁੰਦਾ ਹੈ।
ਗੁਰੂ ਤੇ ਖੁਸ਼ ਹੋਵੇਗਾ। ਜਿਵੇਂ ਇਵੇਂ ਸਮਝ ਲਵੋ ਤੁਸੀਂ ਵੀ ਪਹਿਲਾਂ ਸੰਸਾਰ ਨੂੰ ਛੱਡ ਕੇ ਉਹ ਜਿਹੜੇ 5 ਪਿਆਰੇ ਗਏ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ, ਤੇ ਉਹਨਾਂ ਨੇ ਪਹਿਲਾਂ ਸੰਸਾਰ ਛੱਡਿਆ ਸੀ, ਛੱਡ ਕੇ ਗਏ ਸਨ ਨਾ ਗੁਰੂ ਕੋਲ। ਸੰਸਾਰ ਛੱਡਿਆ ਸੀ ਭਾਵ ਕਿ ਜੀਵਨ ਦੀ ਚਾਹਤ ਛੱਡੀ ਸੀ, ਜਿਉਣ ਦੀ ਇੱਛਾ ਛੱਡੀ ਸੀ। ਪਹਿਲਾਂ ਸੰਸਾਰ ਛੱਡਿਆ, ਗੁਰੂ ਕੋਲ ਗਏ, ਫਿਰ ਜਿਉਣ ਦੀ ਇੱਛਾ ਛੱਡੀ। ਗੁਰੂ ਕੋਲ ਪਹੁੰਚਦਾ ਹੀ ਉਹ ਹੈ ਵੀ ਜਿਹੜਾ ਜਾਣ ਲੈਂਦਾ ਹੈ ਵੀ ਮੈਂ ਆਪਣੇ ਢੰਗ ਦੇ ਨਾਲ ਜੀ ਕੇ ਦੇਖ ਲਿਆ, ਮੈਂ ਆਪਣੇ ਢੰਗ ਦੇ ਨਾਲ ਸੰਸਾਰ ਵਿੱਚ ਵੀ ਜੀ ਕੇ ਦੇਖ ਲਿਆ, ਆਪਣੇ ਢੰਗ ਦੇ ਨਾਲ ਧਾਰਮਿਕਤਾ ਦੇ ਵਿੱਚ ਵੀ ਜੀ ਕੇ ਦੇਖ ਲਿਆ, ਕੁਛ ਨਹੀਂ ਮਿਲਿਆ, ਪਰੇਸ਼ਾਨੀਆਂ ਹੀ, ਅਸ਼ਾਂਤੀ, ਬੇਚੈਨੀ। ਹੁਣ ਮੈਂ ਆਪਣੇ ਢੰਗ ਨਾਲ ਨਹੀਂ ਜੀਊਂਗਾ, ਕਿਉਂਕਿ ਆਪਣੇ ਢੰਗ ਨਾਲ ਤਾਂ ਮਿਲਿਆ ਕੁਝ ਨਹੀਂ। ਹੁਣ ਮੈਂ ਗੁਰੂ ਦੇ ਢੰਗ ਨਾਲ ਜੀਊਂਗਾ, ਗੁਰੂ ਦੇ ਆਦੇਸ਼ ਨਾਲ ਜੀਊਂਗਾ, ਗੁਰੂ ਦੇ ਉਪਦੇਸ਼ ਨਾਲ ਜੀਊਂਗਾ, ਗੁਰੂ ਦੇ ਹੁਕਮ ਦੁਆਰਾ ਜੀਊਂਗਾ। ਇੱਦਾਂ ਹੀ ਸਮਰਪਿਤ ਕੀਤਾ ਸੀ ਨਾ ਸਿਰ ਆਪਣਾ 5 ਪਿਆਰਿਆਂ ਨੇ, ਵੀ ਅਸੀਂ ਆਪਣੀ ਮਰਜ਼ੀ ਨਾਲ ਜੀ ਕੇ ਦੇਖ ਲਿਆ, ਹੁਣ ਅਸੀਂ ਤੁਹਾਡੀ ਮਰਜ਼ੀ ਨਾਲ ਜੀਵਾਂਗੇ। ਸਿਰ ਸਮਰਪਿਤ ਕਰਨ ਦਾ ਭਾਵ ਹੈ ਗੁਰੂ ਦੀ ਮਰਜ਼ੀ ਨਾਲ ਜੀਣਾ, ਆਪਣੀ ਮਰਜ਼ੀ ਛੱਡ ਦੇਣੀ। ਫਿਰ ਜੋ ਗੁਰੂ ਦੀ ਮਰਜ਼ੀ ਨਾਲ ਕੋਈ ਜੀਂਦਾ ਹੈ ਤੇ ਗੁਰੂ ਜੀ ਰਿਹਾ ਹੈ ਪਰਮਾਤਮਾ ਦੀ ਮਰਜ਼ੀ ਨਾਲ, ਤੇ ਸ਼ਿਸ਼ ਦੀ ਮਰਜ਼ੀ ਸਿੱਧੀ ਪਰਮਾਤਮਾ ਦੀ ਮਰਜ਼ੀ ਨਾਲ ਜੁੜ ਜਾਂਦੀ, ਸਿੱਧਾ ਹੀ ਕਨੈਕਸ਼ਨ ਹੋ ਜਾਂਦਾ। ਇੱਦਾਂ ਕਰਾਉਂਦਾ ਹੈ ਨਾ ਗੁਰੂ, ਆਪਣੀ ਮਰਜ਼ੀ ਦੇ ਥਰੂ ਪਰਮਾਤਮਾ ਦੀ ਮਰਜ਼ੀ ਨਾਲ ਕਨੈਕਟ ਜੋ ਕਰ ਦਿੰਦਾ ਹੈ, ਜੋੜ ਦਿੰਦਾ ਹੈ। ਆਹ ਦੇਖੋ ਅੰਗਰੇਜ਼ੀ ਦੇ ਸ਼ਬਦ ਵੀ ਆਈ ਜਾਂਦੇ ਵਿੱਚ, ਤੇ ਕਨੈਕਸ਼ਨ ਹੋ ਜਾਂਦਾ ਹੈ ਉਸ ਮਰਜ਼ੀ, ਪਰਮ ਮਰਜ਼ੀ ਨਾਲ, ਜਿਹਦੀ ਮਰਜ਼ੀ ਸਾਰੀ ਜਗ੍ਹਾ 'ਤੇ ਹੀ ਚੱਲਦੀ, ਹਰ ਜਗ੍ਹਾ ਹੀ ਉਹਦੀ ਮਰਜ਼ੀ ਚੱਲ ਰਹੀ ਹੈ ਨਾ, ਅਤੇ ਉਹਦੀ ਮਰਜ਼ੀ ਦੇ ਨਾਲ ਜਿਹੜਾ ਜੀਂਦਾ ਹੈ, ਫਿਰ ਉਹ ਥੋੜ੍ਹੀ ਜੀਂਦਾ ਹੈ, ਫਿਰ ਪਰਮਾਤਮਾ ਹੀ ਜੀਂਦਾ ਹੈ। ਅਤੇ ਜਿਹਦੇ ਅੰਦਰ ਪਰਮਾਤਮਾ ਜੀਂਦਾ ਹੈ ਤਾਂ ਉਹਨੂੰ ਆਪਣੀ ਮਰਜ਼ੀ ਦੇ ਦਿੱਤੀ, ਆਪਣਾ ਮਨ ਦੇ ਦਿੱਤਾ, ਮਨ ਦੇ ਰਾਮ ਲਿਆ ਹੈ। ਤੇ ਫਿਰ ਵੈਸੇ ਹੀ ਹੋ ਗਿਆ। ਇੱਕ ਤੇ ਇਹ ਮਾਰਗ ਹੈ ਵੀ ਸਭ ਕੁਝ ਛੱਡ ਕੇ ਸਮਰਪਿਤ ਹੋ ਜਾਣ ਦਾ। ਇਹਦੇ ਦੁਆਰਾ ਵੀ ਬਹੁਤ ਗੁਰਮੁਖ ਪਿਆਰੇ ਉਪਲਬਧ ਹੋਏ ਸਨ, ਪਰ ਹੁੰਦਾ ਇਹ ਜਾਗਰਤ ਪੁਰਸ਼ ਦੇ ਕੋਲ ਹੀ ਹੈ, ਜਿਹੜਾ ਸੰਸਾਰ ਨਾਲ ਨਹੀਂ ਜੁੜਿਆ ਹੋਇਆ ਹੈ। ਜਿਹੜਾ ਸੰਸਾਰ ਨਾਲ ਜੁੜਿਆ ਹੋਇਆ ਹੈ ਉਹ ਸੰਸਾਰ ਨਾਲ ਜੋੜੇਗਾ, ਜਿਹੜਾ ਧਰਮ ਨਾਲ ਜੁੜਿਆ ਹੋਇਆ ਹੈ ਉਹ ਧਰਮ ਨਾਲ ਜੋੜੇਗਾ। ਦੇਖੋ ਤੁਸੀਂ ਆਹ ਜਿਹੜੇ ਧਿਆਨ ਕਰਵਾ ਰਹੇ ਹਨ, ਵਿਧੀਆਂ ਕਰਵਾ ਰਹੇ ਹਨ, ਯੋਗ ਕਰਵਾ ਰਹੇ ਹਨ, ਇਹ ਇਹਨੇ ਨਾਲ ਜੁੜੇ ਹੋਏ ਆ, ਵਿਧੀਆਂ ਨਾਲ, ਯੋਗ ਨਾਲ। ਕੋਈ ਕਿਸੇ ਨਾਲ ਜੁੜਿਆ, ਕੋਈ ਕਿਸੇ ਨਾਲ ਜੁੜਿਆ। ਜਿਹਦੇ ਨਾਲ ਜੁੜਿਆ ਹੈ ਕੋਈ ਨਾ ਕੋਈ ਉਹਦੇ ਨਾਲ ਹੀ ਜੋੜਦਾ ਹੈ।
ਤੇ ਜਿਹੜਾ ਕਿਤੇ ਵੀ ਨਹੀਂ ਜੁੜਿਆ ਤੇ ਉਹ ਕਿਤੇ ਵੀ ਨਹੀਂ ਜੋੜਦਾ। ਉਹ ਕਹਿੰਦਾ ਹੈ ਵੀ ਜੁੜਨਾ ਨਹੀਂ ਹੈ ਬਾਹਰ ਕਿਤੇ, ਸਾਰੇ ਹੀ ਜੋੜ ਤੋੜ ਦੇਣੇ ਹਨ, ਸਾਰੇ ਹੀ ਬੰਧਨ ਕੱਟ ਦੇਣੇ ਹਨ। ਚੱਲ ਪੈਣਾ ਹੈ ਅਨੰਤ ਦੀ ਯਾਤਰਾ ਨੂੰ। ਜਿਵੇਂ ਜਹਾਜ਼ ਤਿਆਰ ਨਹੀਂ ਹੁੰਦਾ ਵੀ ਤਿਆਰ ਹੈ, ਆ ਜਾਓ ਬਹਿ ਜਾਓ, ਬੈਠ ਗਏ। ਹੁਣ ਰੱਸੀਆਂ ਤੇ ਪਿੱਛੋਂ ਕੱਢਣੀਆਂ ਪੈਣਗੀਆਂ, ਖੋਲਣੀਆਂ ਪੈਣਗੀਆਂ ਕੰਢੇ ਨਾਲ, ਤਾਂ ਹੀ ਚੱਲੇਗਾ ਨਾ। ਤੇ ਪਿੱਛੋਂ ਰੱਸੀਆਂ ਖੋਲੇਗਾ ਤਾਂ ਹੀ ਇਹ ਸਾਗਰ ਪਾਰ ਹੁੰਦਾ ਹੈ। ਭਵ ਜਲ ਸਾਗਰ ਗਿਆ ਹੈ ਨਾ। ਸੰਸਾਰ ਵੱਲੋਂ ਰੱਸੀਆਂ ਖੋਲੋ, ਫਿਰ ਧਰਮ ਦੇ ਘਾਟ ਤੇ ਪਹੁੰਚੋਗੇ। ਫਿਰ ਧਰਮ ਦਾ ਵੀ ਘਾਟ ਛੱਡੋ, ਕਿਉਂਕਿ ਉਹ ਵੀ ਇੱਕ ਘਾਟ ਹੈ। ਇਸ ਕਰਕੇ ਜੈਨੀਆਂ ਨੇ ਘਾਟ ਹੀ ਕਿਹਾ ਹੈ। ਤੀਰਥੰਕਰ ਕਹਿੰਦੇ ਹਨ ਨਾ ਆਪਣੇ ਮੁਨੀ ਨੂੰ, ਭਾਵ ਕਿ ਘਾਟ, ਗੁਰੂ ਘਾਟ ਹੈ। ਤੋ ਘਾਟ ਤੋਂ ਅੱਗੇ ਭੇਜ ਦਿੰਦਾ, ਉਹ ਫਿਰ ਸੁਤੰਤਰ ਕਰ ਦਿੰਦਾ ਹੈ। ਤੇ ਘਾਟ ਤੇ ਵਿਸ਼ਰਾਮ ਕਰਨਾ ਹੈ, ਘਾਟ ਵੀ ਛੱਡਣਾ ਹੈ। ਪਰ ਕੁਛ ਕਰਨਾ ਹੈ ਛੱਡਣ ਵਾਸਤੇ। ਅਗਰ ਤੁਸੀਂ ਐਸਾ ਸੋਚ ਕੇ ਕਰੋਗੇ ਨਾ, ਉਹਦੇ ਦੁਆਰਾ ਜ਼ਿਆਦਾ ਸ਼ਾਂਤੀ ਮਿਲੂਗੀ ਤੇ ਜ਼ਿਆਦਾ ਸਹਿਜ ਹੋਵੇਗਾ। ਹੁਣ ਕੁਛ ਤੇ ਕਹਿੰਦੇ ਹਨ ਵੀ ਧਿਆਨ ਕਰੋ ਕੁਛ ਪਾਉਣ ਵਾਸਤੇ, ਪਰਮਾਤਮਾ ਪਾਉਣਾ ਹੈ, ਸ਼ਾਂਤੀ ਪਾਉਣੀ ਹੈ, ਮੋਕਸ਼ ਪਾਉਣਾ ਹੈ, ਕੁਛ ਪਾਉਣਾ ਹੈ, ਪਾਉਣ ਵਾਸਤੇ ਕਰੋ। ਤੋ ਪਿੱਛੋਂ ਨਹੀਂ ਛੱਡਦੇ ਹਨ। ਹੋ ਸਕਦਾ ਪਿਛਲੇ ਨੂੰ ਪਾਉਣ ਵਾਸਤੇ ਹੀ ਉਹ ਧਿਆਨ ਕਰ ਰਹੇ ਹੋਣ, ਸੰਸਾਰ 'ਚ ਕੁਛ ਪਾਉਣ ਵਾਸਤੇ। ਬਹੁਤੇ ਤਾਂ ਇੱਦਾਂ ਵੀ ਕਰਦੇ, ਜਪ ਤਪ ਜ਼ਿਆਦਾ ਚੱਲਦਾ ਹੈ ਸੰਸਾਰ 'ਚ ਕੁਛ ਪਾਉਣ ਵਾਸਤੇ। ਤੋ ਧਿਆਨ ਨਹੀਂ ਨਾ ਹੈ, ਇਕਾਗਰਤਾ ਹੋ ਜਾਊਗੀ ਕੁਛ ਪਾਉਣ ਵਾਸਤੇ, ਤੇ ਇਕਾਗਰਤਾ ਵੀ ਹੋ ਜਾਂਦੀ ਹੈ ਕਈਆਂ ਦੀ। ਤੇ ਇਕਾਗਰਤਾ ਦੇ ਨਾਲ ਕੋਈ ਸਿੱਧੀ ਵੀ ਹੋ ਜਾਂਦੀ ਹੈ, ਕੁਛ ਮਿਲ ਵੀ ਜਾਂਦਾ ਕਈਆਂ ਨੂੰ, ਤੇ ਇਸ ਕਰਕੇ ਉਹ ਕਰਦੇ ਵੀ ਰਹਿੰਦੇ ਹਨ। ਪਰ ਉਹ ਜੋ ਚਾਹਤ ਕਰਨ ਵਾਲਾ ਹੈ, ਕੁਛ ਪਾਉਣ ਦੀ ਚਾਹਤ, ਉਹ ਮਿਟਦਾ ਨਹੀਂ ਹੈ। ਫਿਰ ਉਹਦਾ ਧਿਆਨ ਪਿੱਛੇ ਵੀ ਜੁੜਿਆ ਰਹਿੰਦਾ, ਜ਼ਿਆਦਾਤਰ ਸਾਧਕਾਂ ਦਾ ਜੁੜਿਆ ਰਹਿੰਦਾ। ਤੇ ਮੈਂ ਕਹਿੰਦਾ ਹਾਂ ਵੀ ਤੁਸੀਂ ਧਿਆਨ ਕਰੋ ਪਾਉਣ ਵਾਸਤੇ ਨਹੀਂ, ਛੱਡਣ ਵਾਸਤੇ। ਵੀ ਬਾਹਰੋਂ ਸੰਸਾਰ ਵੱਲੋਂ ਧਿਆਨ ਹਟਾਉਣਾ ਹੈ, ਇਸ ਕਰਕੇ ਧਿਆਨ ਕਰਨਾ, ਸਿਮਰਨ ਕਰਨਾ, ਚਿੰਤਨ ਕਰਨਾ, ਕੁਛ ਕਰਨਾ, ਉਹਨੂੰ ਵਿਧੀ ਕਹਿ ਸਕਦੇ ਹਾਂ। ਕੋਈ ਵੀ ਵਿਧੀ ਦਾ ਉਪਯੋਗ ਕਰ ਸਕਦੇ ਹੋ। ਕਰਨਾ ਸਿਰਫ ਸੰਸਾਰ ਵੱਲੋਂ ਧਿਆਨ ਹਟਾਉਣ ਵਾਸਤੇ। ਅਗਰ ਇਸ ਢੰਗ ਦੇ ਨਾਲ ਤੁਸੀਂ ਖਿਆਲ ਰੱਖੋਗੇ ਤਾਂ ਬਹੁਤ ਛੇਤੀ ਧਿਆਨ ਹਟੇਗਾ ਤੇ ਤੁਸੀਂ ਸ਼ਾਂਤ ਹੋ ਜਾਓਗੇ। ਅਗਰ ਤੁਸੀਂ ਕਰੋਗੇ ਧਿਆਨ, ਕਰਨ ਵੱਲ ਧਿਆਨ ਰੱਖੋਗੇ, ਫਿਰ ਨਹੀਂ ਹਟੇਗਾ ਪਿੱਛੋਂ ਧਿਆਨ ਤੁਹਾਡਾ। ਛੱਡਣ ਵੱਲ ਧਿਆਨ ਰੱਖੋ ਵੀ ਹੁਣ ਮੈਂ ਸਾਰਾ ਕੁਝ ਛੱਡ ਕੇ ਸਿਰਫ ਬੈਠਣਾ ਹੈ ਇਸ ਖਿਆਲ ਵਿੱਚ। ਤਾਂ ਉਹਦੇ ਵਾਸਤੇ ਕੁਛ ਕਰਨਾ ਪਵੇਗਾ, ਛੱਡਣ ਵਾਸਤੇ ਕੁਛ ਕਰਨਾ ਪਵੇਗਾ ਤੁਹਾਨੂੰ। ਅਤੇ ਜਿੰਨਾ ਚਿਰ ਪੂਰਨ ਛੁੱਟ ਨਹੀਂ ਜਾਂਦਾ ਹੈ, ਉਹਨਾਂ ਚਿਰ ਪ੍ਰਯਾਸ ਕਰਨਾ ਪਵੇਗਾ ਛੱਡਣ ਵਾਸਤੇ, ਪਾਉਣ ਵਾਸਤੇ ਨਹੀਂ। ਅਤੇ ਜਦੋਂ ਟੋਟਲ ਛੁੱਟ ਗਿਆ ਸਭ ਕੁਛ ਜੋ ਪਕੜਿਆ ਹੋਇਆ ਸੀ ਬਾਹਰ, ਝੂਠ ਨੂੰ ਤੁਸੀਂ ਫੜ ਲਿਆ ਬਾਹਰ, ਤਾਂ ਉਹਨੂੰ ਛੱਡਣਾ ਹੈ। ਸੱਤ ਤੇ ਤੁਹਾਡੇ ਅੰਦਰ ਹੀ ਹੈ ਨਾ, ਸੱਤ ਦੁਆਰਾ ਤੇ ਤੁਸੀਂ ਚੱਲ ਰਹੇ ਹੋ। ਝੂਠ ਬਾਹਰ ਪਕੜ ਲਿਆ, ਫੜ ਲਿਆ, ਝੂਠ ਨੂੰ ਸੱਚ ਸਮਝ ਲਿਆ, ਉਹਦੇ ਨਾਲ ਜੁੜ ਗਏ।
ਉਹਨੂੰ ਹੀ ਛੱਡਣਾ ਹੈ। ਅਤੇ ਜਦੋਂ ਝੂਠ ਨੂੰ ਤੁਸੀਂ ਟੋਟਲ ਛੱਡ ਦਿੱਤਾ ਤਾਂ ਤੁਸੀਂ ਜਾਣੋਗੇ ਤੁਸੀਂ ਸੱਤ ਵਿੱਚ ਖੜ੍ਹੇ ਹੋ। ਪਰ ਝੂਠ ਵਿੱਚ ਇਹ ਬਾਹਰੀ ਧਰਮ ਵੀ ਆ ਜਾਂਦਾ ਹੈ, ਕਿਉਂਕਿ ਸਭ ਕੁਝ ਹੀ ਹੈ ਨਾ, ਅਤੇ ਸਭ ਕੁਛ ਹੀ ਆਵੇਗਾ। ਦ੍ਰਿਸ਼ਟਮਾਨ ਹੈ ਸਗਲ ਮੱਥੇ ਨਾ, ਅਤੇ ਧਿਆਨ ਹਟਾਉਣਾ ਹੈ। ਅਤੇ ਜਦੋਂ ਟੋਟਲ ਹਟ ਜਾਂਦਾ ਹੈ, ਐਸਾ ਨਹੀਂ ਹੈ ਫਿਰ ਆਦਮੀ ਨੋਰਮਲ ਨਹੀਂ ਜੀਂਦਾ ਹੈ, ਨੋਰਮਲ ਜੀਂਦਾ ਹੈ, ਫਿਰ ਸੋਚਦਾ ਨਹੀਂ ਹੈ ਜ਼ਿਆਦਾ। ਜਿੱਦਾਂ ਤੁਸੀਂ ਸੋਚੀ ਜਾਂਦੇ ਹੋ ਨਾ ਅੱਠੇ ਪੈਰ ਆਉਣ ਵਾਲੇ ਸਮੇਂ ਬਾਰੇ, ਆਪਣੇ ਜੀਵਨ ਬਾਰੇ, ਲਾਈਫ ਬਾਰੇ, ਕੁਛ ਨਾ ਕੁਛ ਚੱਲ ਰਿਹਾ ਹੈ ਤੁਹਾਡੇ ਅੰਦਰ, ਇੱਦਾਂ ਉਹ ਨਹੀਂ ਸੋਚਦਾ। ਸਰੀਰਕ ਜੋ ਲੋੜ ਹੈ, ਸਰੀਰ ਜਿਵੇਂ ਪਾਣੀ ਪੀਣਾ ਹੈ, ਪਿਆਸ ਲੱਗੀ ਹੈ ਅਤੇ ਸਰੀਰ ਉੱਠ ਕੇ ਪਾਣੀ ਪੀ ਲੈਂਦਾ, ਇਹ ਸੋਚਣ ਵਾਲੀ ਗੱਲ ਵੀ ਨਹੀਂ ਹੈ ਕੋਈ। ਖਾਣਾ ਖਾ ਲੈਂਦਾ ਹੈ, ਜਾਂਦਾ ਹੈ, ਸੈਰ ਕਰ ਲੈਂਦਾ ਹੈ, ਉੱਠਦਾ ਹੈ, ਬਹਿੰਦਾ ਹੈ, ਅਤੇ ਇਹ ਗੱਲਾਂ ਤਾਂ ਕੋਈ ਸੋਚਣ ਵਾਲੀਆਂ ਨਹੀਂ ਹੈ। ਸਰੀਰ ਤਾਂ ਆਪੇ ਕਰੀ ਜਾਂਦਾ, ਜਿਹੜਾ ਰੋਜ਼ ਹੀ ਆਪਾਂ ਕਿਰਿਆ ਕਰਮ ਕਰਦੇ ਹਾਂ ਸਰੀਰ ਦੁਆਰਾ। ਆ ਪਸ਼ੂ ਪੰਛੀ ਵੀ ਉੱਦਾਂ ਹੀ ਕਰੀ ਜਾਂਦੇ ਆ, ਬਹੁਤਾ ਸੋਚਦੇ ਨਹੀਂ। ਤਾਂ ਫਿਰ ਸਹਿਜ ਹੁੰਦਾ ਜਾਂਦਾ ਹੈ, ਉਹ ਆਪਣੇ ਮੂਲ ਸਰੋਤ ਦੇ ਨਾਲ ਜੁੜਦਾ ਜਾਂਦਾ ਹੈ। ਕਹਿੰਦੇ ਨਾ ਸਹਿਜ ਸੁਭਾਏ ਹੋਵੇ ਸੋ, ਉਹ ਫਿਰ ਸਹਿਜ ਹੁੰਦਾ ਜਾਂਦਾ, ਸ਼ਾਂਤ ਹੁੰਦਾ ਜਾਂਦਾ, ਮੂਲ ਦੇ ਨਾਲ ਜੁੜਿਆ ਜਾਂਦਾ, ਅਤੇ ਝੂਠ ਨਾਲ ਉਹ ਹਟਦਾ ਰਹਿੰਦਾ ਹੈ। ਅਤੇ ਝੂਠ ਨਾਲ ਜੁੜ ਕੇ ਹੀ ਮੌਤ ਵੀ ਹੁੰਦੀ ਹੈ, ਦੁੱਖ ਵੀ ਹੁੰਦਾ ਹੈ। ਜਿੰਨੇ ਵੀ ਕਲੇਸ਼ ਹਨ ਇਹ ਸੰਸਾਰ ਨਾਲ ਜੁੜ ਕੇ ਹੁੰਦੇ, ਝੂਠ ਨਾਲ ਜੁੜ ਕੇ ਹੁੰਦੇ। ਮੌਤ ਵੀ ਝੂਠ ਨਾਲ ਜੁੜ ਕੇ ਹੀ ਹੁੰਦੀ ਹੈ। ਜੋ ਜੋੜ ਟੁੱਟ ਜਾਵੇਗਾ ਝੂਠ ਨਾਲ, ਤੁਸੀਂ ਜਾਣੋਗੇ, ਪਹਿਲਾਂ ਨਹੀਂ ਜਾਣੋਗੇ। ਕੁਛ ਗੱਲਾਂ ਤੁਸੀਂ ਬਾਅਦ ਵਿੱਚ ਜਾਣੋ, ਕਈਆਂ ਤਾਂ ਪਹਿਲਾਂ ਵੀ ਜਾਂਦੀਆਂ ਹਨ ਵੀ ਤੁਹਾਡੇ ਖਿਆਲ ਵਿੱਚ ਰਹਿ ਸਕੇ, ਵੀ ਤੁਸੀਂ ਵੀ ਜਾਓ, ਜਦੋਂ ਉੱਥੇ ਪਹੁੰਚੇ ਤੁਹਾਨੂੰ ਥੋੜ੍ਹਾ ਜਿਹਾ ਖਿਆਲ ਵਿੱਚ ਆ ਸਕਣ ਆ ਗੱਲਾਂ ਵੀ ਉਹਨਾਂ ਨੇ ਕਹੀਆਂ ਸੀ। ਜਿਵੇਂ ਰਸਤੇ ਦੇ ਵਿੱਚ ਜਾਣਾ ਹੁੰਦਾ ਨਾ ਕਿਸੇ ਨੇ ਪਰਦੇਸ, ਅਤੇ ਦੱਸਿਆ ਜਾਂਦਾ ਹੈ ਵੀ ਐਸਾ ਐਸਾ ਰਸਤਾ ਹੈ, ਅਤੇ ਜਿਹੜਾ ਖਿਆਲ ਰੱਖਦਾ ਹੈ ਉਹਨੂੰ ਪਤਾ ਲੱਗਦਾ ਰਹਿੰਦਾ ਵੀ ਐਸਾ ਕਿਹਾ ਸੀ ਉਹਨਾਂ ਨੇ, ਵੀ ਐਸਾ ਐਸਾ ਹੁੰਦਾ ਹੈ। ਫਿਰ ਟੋਟਲ ਨਿਸ਼ਚਿੰਤਤਾ ਹੋ ਜਾਂਦੀ ਹੈ, ਨਿਰਭੈਤਾ ਹੋ ਜਾਂਦੀ ਹੈ, ਨਿਡਰਤਾ, ਜੋ ਵੀ ਪਰਮਾਤਮਾ ਦੇ ਗੁਣ ਹਨ ਵੈਸਾ ਹੀ ਹੋ ਜਾਂਦਾ। ਜਿਹੜਾ ਸੰਸਾਰ ਬਾਰੇ ਸੋਚ ਰਿਹਾ ਉਹ ਸੰਸਾਰੀ ਹੈ, ਜਿਹੜਾ ਧਰਮ ਬਾਰੇ ਸੋਚ ਰਿਹਾ ਉਹ ਧਾਰਮਿਕ ਹੈ, ਜਾਂ ਪਰਮਾਤਮਾ ਬਾਰੇ ਸੋਚ ਰਿਹਾ, ਪਰਮਾਤਮਾ ਬਾਰੇ ਗੱਲਾਂ ਕਰ ਰਿਹਾ ਹੈ, ਉਹ ਧਾਰਮਿਕ ਹੈ। ਪਰਮਾਤਮਾ ਬਾਰੇ ਜਾਣਕਾਰੀ ਹੈ, ਉਹ ਧਾਰਮਿਕ। ਅਤੇ ਜਿਹੜਾ ਸੋਚ ਹੀ ਨਹੀਂ ਰਿਹਾ ਨਾ ਧਰਮ ਬਾਰੇ ਨਾ ਪਰਮਾਤਮਾ ਬਾਰੇ, ਕਿਉਂਕਿ ਸੋਚ ਕਰਕੇ ਤੁਸੀਂ ਹੋ ਨਾ, ਤੁਸੀਂ ਜੋ ਕੁਝ ਵੀ ਹੋ ਸੋਚ ਕਰਕੇ ਹੋ। ਸਿੱਖ ਦੀ ਸੋਚ ਹੈ ਤੁਸੀਂ ਸਿੱਖ ਹੋ, ਹਿੰਦੂ ਦੀ ਸੋਚ ਹੈ ਹਿੰਦੂ, ਇਸੇ ਕਰਕੇ ਸੋਚ ਬਦਲਦੀ ਰਹਿੰਦੀ ਹੈ। ਹੁਣ ਜਦੋਂ ਤੁਹਾਨੂੰ ਕ੍ਰੋਧ ਆਉਂਦਾ ਹੈ, ਕ੍ਰੋਧ ਦੀ ਸੋਚ ਹੁੰਦੀ ਹੈ, ਤੁਸੀਂ ਕ੍ਰੋਧਿਤ ਹੁੰਦੇ ਹੋ। ਕਾਮ ਦੀ ਸੋਚ ਹੈ ਅਤੇ ਤੁਸੀਂ ਕਾਮਾਤੁਰ ਹੋ ਜਾਂਦੇ ਹੋ, ਵੀ ਅੰਦਰ ਸੋਚ ਚੱਲ ਰਹੀ ਹੈ ਨਾ ਕਾਮ ਦੀ, ਅਤੇ ਜੈਸੀ ਸੋਚ ਹੈ ਵੈਸੇ ਹੀ ਹੋ ਨਾ ਤੁਸੀਂ। ਕਹਿੰਦੇ ਹਨ ਜੈਸਾ ਸੇਵੇ ਤੈਸੋ, ਜੈਸੀ ਸੋਚ ਤੁਸੀਂ ਸੋਚਦੇ ਹੋ ਵੈਸੇ ਹੀ ਹੁੰਦੇ ਹਰ ਵਕਤ। ਇਸ ਕਰਕੇ ਮਨੁੱਖ ਨੂੰ ਮਨੁੱਖ ਕਿਹਾ ਹੈ, ਮਨੁੱਖ, ਮਨੁੱਖ ਦਾ ਭਾਵ ਮਨ ਦੇ ਤਲ 'ਤੇ ਜੀਣ ਵਾਲਾ ਪ੍ਰਾਣੀ, ਸੋਚ ਦੇ ਮੁਤਾਬਕ ਜ਼ਿਆਦਾ ਜੀਣ ਵਾਲਾ ਪ੍ਰਾਣੀ ਹੈ। ਇਸ ਕਰਕੇ ਪਰੇਸ਼ਾਨ ਵੀ ਮਨੁੱਖ ਹੀ ਹੈ ਜ਼ਿਆਦਾ, ਪਸ਼ੂ ਪੰਛੀ ਘੱਟ, ਕਿਉਂਕਿ ਮਨ ਦੇ ਤਲ 'ਤੇ ਘੱਟ ਜੀਂਦੇ ਹਨ, ਸਰੀਰ ਦੇ ਤਲ 'ਤੇ ਜ਼ਿਆਦਾ ਜੀਂਦੇ ਹਨ। ਇਸ ਕਰਕੇ ਪਸ਼ੂ ਜਿਹੜੇ ਹਨ ਜ਼ਿਆਦਾ ਸੁਖੀ ਹਨ। ਸਰੀਰ ਦੇ ਤਲ 'ਤੇ ਜੀਣ ਵਾਲਾ ਥੋੜ੍ਹਾ ਜਿਹਾ ਜ਼ਿਆਦਾ ਸ਼ਾਂਤ ਹੋਵੇਗਾ, ਵੀ ਸਰੀਰ ਦੀਆਂ ਲੋੜਾਂ ਦੇ ਮੁਤਾਬਕ ਜੀ ਰਿਹਾ ਹੈ, ਉਹਨੂੰ
कुछ नहीं, बस भुख लगे तो खा लिया, प्यास लगी तो पी लिया, बस। सरीर ਦੀਆਂ ਲੋੜਾਂ ਦੇ ਮੁਤਾਬਕ। ਪਰ ਮਨੁੱਖ ਜਿਹੜਾ ਹੈ ਉਹ ਮਨ ਦੀਆਂ ਲੋੜਾਂ ਵੀ ਨਾਲ ਲੈ ਕੇ ਚੱਲਦਾ ਹੈ। ਅਜੋਕੇ ਸਮੇਂ 'ਚ ਤਾਂ ਮਨ ਦੀਆਂ ਲੋੜਾਂ ਜ਼ਿਆਦਾ ਹੋ ਗਈਆਂ। ਮਨੋਰੰਜਨ, ਸਰੀਰ ਨੂੰ ਵੀ ਖੁਰਾਕ ਚਾਹੀਦੀ ਹੈ, ਮਨ ਨੂੰ ਵੀ ਖੁਰਾਕ ਚਾਹੀਦੀ ਹੈ। ਮਨ ਦੀ ਖੁਰਾਕ ਹੈ ਮਨੋਰੰਜਨ। ਅਤੇ ਦੇਖੋ ਮਨੋਰੰਜਨ ਵੱਧ ਰਿਹਾ ਹੈ ਦਿਨੋਂ ਦਿਨ, ਮਨ ਦੀ ਖੁਰਾਕ ਵੱਧ ਰਹੀ ਹੈ। ਅਤੇ ਇਹ ਵੀ ਗੱਲ ਖਿਆਲ ਵਿੱਚ ਰੱਖਣ ਯੋਗ ਹੈ ਵੀ ਸਰੀਰਕ ਖੁਰਾਕ ਦੇਣ ਵਾਲੇ ਜਿਹੜੇ ਹਨ ਨਾ, ਉਹਨਾਂ ਵੱਲ ਧਿਆਨ ਘੱਟ ਰਿਹਾ ਹੈ ਲੋਕਾਂ ਦਾ, ਜਿਹੜੇ ਕਿਸਾਨ ਜ਼ਿਮੀਂਦਾਰ ਹਨ। ਜਿਹੜੇ ਮਨ ਦੀ ਖੁਰਾਕ ਦੇਣ ਵਾਲੇ ਹਨ, ਮਨੋਰੰਜਨ ਕਰਨ ਵਾਲੇ ਹਨ, ਜਿੰਨੇ ਵੀ ਮਹਿਕਮੇ, ਉਹ TV ਦੇ ਹੋਣ, ਉਹ ਟੈਲੀਫੋਨ ਦੇ ਮਾਧਿਅਮ ਨਾਲ ਹੋਣ, ਉਹ ਵੱਧ ਰਹੇ ਹਨ। ਉਹਨਾਂ ਦਾ ਸਤਿਕਾਰ ਵੀ ਵੱਧ ਹੁੰਦਾ ਹੈ। ਦੇਖੋ ਜਿਹੜੇ ਮਨੋਰੰਜਨ ਕਰਨ ਵਾਲੇ ਹਨ, ਉਹਨਾਂ ਦਾ ਸਤਿਕਾਰ ਜ਼ਿਆਦਾ ਹੁੰਦਾ ਹੈ। ਪੁਰਾਣੇ ਸਮਿਆਂ 'ਚ ਉਲਟਾ ਹੁੰਦਾ ਸੀ। ਜਿਹੜੇ ਮਨੋਰੰਜਨ ਕਰਨ ਵਾਲੇ ਸਨ ਅਤੇ ਉਹਨਾਂ ਦਾ ਸਤਿਕਾਰ ਨਹੀਂ ਸੀ ਹੁੰਦਾ। ਉਹਨਾਂ ਨੂੰ ਭੰਡ ਕਹਿੰਦੇ ਸਨ, ਨਕਲਚੀ ਕਹਿੰਦੇ ਸਨ, ਵੀ ਨਕਲ ਕਰਨ ਵਾਲੇ ਹਨ ਕਿਸੇ ਦੀ। ਚਲੋ ਮਨੋਰੰਜਨ ਕਰਕੇ ਚਲੇ ਜਾਂਦੇ, 4 ਪੈਸੇ ਦੇ ਦਿਓ। ਪਰ ਸਮਾਂ ਬਦਲ ਗਿਆ, ਕਿਉਂਕਿ ਆਦਮੀ ਮਨੋਰੰਜਨ 'ਤੇ ਨਿਰਭਰ ਹੁੰਦਾ ਜਾਂਦਾ ਹੈ ਜ਼ਿਆਦਾ। ਸਰੀਰਕ ਲੋੜਾਂ ਘਟਦੀਆਂ ਜਾਂਦੀਆਂ ਹਨ, ਮਾਨਸਿਕ ਲੋੜਾਂ ਵਧਾਈ ਜਾਂਦਾ। ਓਨਾ ਹੀ ਬੇਚੈਨ ਹੋ ਰਿਹਾ ਹੈ। ਅਜੋਕੇ ਸਮੇਂ 'ਚ ਕਿਉਂ ਬੇਚੈਨੀ ਵੱਧ ਰਹੀ ਹੈ? ਕਿਉਂ ਮਾਨਸਿਕ ਲੋੜਾਂ ਵੱਧ ਰਹੀਆਂ ਹਨ ਮਨੁੱਖ ਦੀਆਂ। ਮਨ ਦੇ ਤਲ 'ਤੇ ਸੋਚ ਰਿਹਾ ਜ਼ਿਆਦਾ। ਮਨ ਨੂੰ ਤਾਂ ਬਹੁਤ ਕੁਛ ਚਾਹੀਦਾ ਹੈ, ਇਹ ਭਰਦਾ ਹੀ ਨਹੀਂ ਹੈ ਮਨ। ਮਨ ਦਾ ਭਾਂਡਾ ਹੀ ਐਸਾ ਹੈ, ਇਹਨੂੰ ਥੱਲਾ ਨਹੀਂ ਹੈ, ਇਹ ਭਰਦਾ ਹੀ ਨਹੀਂ। ਸਾਰਾ ਸੰਸਾਰ ਵੀ ਪਾ ਦਿਓ। ਅਤੇ ਵਾਸ਼ਨਾਵਾਂ, ਚਾਹਤਾਂ ਵੱਧ ਰਹੀਆਂ ਹਨ, ਅਤੇ ਮਨੋਰੰਜਨ ਵੱਧ ਰਿਹਾ ਹੈ। ਇਸ ਕਰਕੇ ਆਦਮੀ ਅਸ਼ਾਂਤ ਜ਼ਿਆਦਾ ਹੋ ਰਿਹਾ ਹੈ, ਅਤੇ ਸਰੀਰਕ ਲੋੜਾਂ ਤਾਂ ਬਹੁਤ ਘੱਟ ਹੁੰਦੀਆਂ। ਅਤੇ ਸਰੀਰਕ ਲੋੜਾਂ ਦੇ ਮੁਤਾਬਕ ਵੀ ਕਿਹੜਾ ਜੀਣ ਲੱਗ ਜਾਵੇ, ਉਹ ਵੀ ਥੋੜ੍ਹਾ ਜਿਹਾ ਸ਼ਾਂਤ ਹੋਣ ਲੱਗ ਜਾਂਦਾ ਹੈ ਵੀ ਠੀਕ ਹੈ, ਜੋ ਕੁਛ ਰੱਬ ਦੇ ਰਿਹਾ, ਜਿੰਨਾ ਦੇ ਰਿਹਾ ਹੈ ਬਹੁਤ ਵਧੀਆ ਹੈ। ਇਹ ਜੋ ਉਪਦੇਸ਼ ਹਨ ਵੀ ਜੋ ਕੁਛ ਪਰਮਾਤਮਾ ਦਿੰਦਾ ਹੈ ਸਭ ਕੁਛ ਸਵੀਕਾਰ ਕਰਨਾ, ਉਹ ਇਸੇ ਕਰਕੇ ਦਿੱਤੇ ਗਏ ਹਨ ਵੀ ਤੁਸੀਂ ਵਾਸਤਵਿਕ ਧਰਮ ਦੀ ਯਾਤਰਾ ਕਰ ਸਕੋ। ਵੀ ਤੁਸੀਂ ਚਿੰਤਾ ਨਾ ਕਰੋ, ਸਭ ਕੁਛ ਮਿਲ ਰਿਹਾ ਹੈ, ਮਿਲੇਗਾ ਹੀ, ਚੱਲ ਰਿਹਾ ਚੱਲੇਗਾ ਹੀ। ਅਤੇ ਤੁਹਾਡਾ ਬਾਹਰੋਂ ਧਿਆਨ ਹਟੇਗਾ ਸੰਸਾਰ ਵੱਲੋਂ ਵੀ ਠੀਕ ਹੈ, ਅੱਗੇ ਵੀ ਚੱਲਦਾ ਰਹੇਗਾ। ਅਤੇ ਸੰਸਾਰ ਵੱਲੋਂ ਧਿਆਨ ਹਟੇਗਾ ਅਤੇ ਤੁਸੀਂ ਆਪਣੇ ਵੱਲ ਆਓਗੇ, ਵਾਸਤਵਿਕ ਆਪਣੇ ਮੂਲ ਸਰੋਤ ਵੱਲ, ਆਪਣੇ ਘਰ ਵੱਲ ਕਹਿ ਲਓ। ਉਹ ਘਰ ਤੁਹਾਡੇ ਅੰਦਰ ਹੈ। ਜਿਸ ਘਰ ਤੂੰ ਰਹਿਣਾ ਬਸਣਾ, ਸੋ ਕਰ ਦਿਓ ਬਸਾਰ। ਇਹ ਬਾਹਰਲੇ ਘਰ ਸਾਰੇ ਛੱਡਣੇ ਹਨ, ਬਾਹਰਲੇ ਘਰ ਤੁਹਾਡੇ ਨਹੀਂ ਹਨ। ਇਹਨਾਂ 'ਚ ਤੁਸੀਂ ਸੁਰਤ ਫਸਾ ਲਈ ਹੈ, ਬਾਹਰਲੇ ਘਰਾਂ 'ਚ ਇਹਨਾਂ 'ਚੋਂ ਕੱਢ ਦੇਣੀ ਹੈ ਅਤੇ ਅੰਦਰਲੇ ਘਰ ਵੱਲ ਜਾਣਾ ਹੈ। ਅਤੇ ਮੈਂ ਕਹਿੰਦਾ ਹਾਂ ਵੀ ਬਾਹਰੋਂ ਕੱਢੋ, ਤੁਸੀਂ ਬਾਹਰੋਂ ਪੱਟੋ, ਫਿਰ ਤੁਸੀਂ ਅੰਦਰਲੇ ਘਰ ਵੱਲ ਜਾਓਗੇ। ਆਮ ਸਧਾਰਨ ਧਾਰਮਿਕ ਕਹਿੰਦੇ ਹਨ ਤੁਸੀਂ ਅੰਦਰਲੇ ਘਰ ਵੱਲ ਚੱਲੋ। ਮੈਂ ਕਿਹਾ ਕਿਵੇਂ ਜਾ ਸਕਦੇ ਤੁਸੀਂ ਅੰਦਰਲੇ ਘਰ ਵੱਲ? ਜਾ ਹੀ ਨਹੀਂ ਸਕਦੇ। ਅੰਦਰਲੇ ਘਰ ਵੱਲ ਉਹ ਜਾਂਦਾ ਹੈ ਜਿਹੜਾ ਬਾਹਰਲੇ ਘਰਾਂ ਵੱਲ ਪਿੱਠ ਕਰ ਦਿੰਦਾ ਹੈ। ਗੁਰਮੁਖ ਉਹਨੂੰ ਹੀ ਕਿਹਾ ਹੈ ਨਾ, ਗੁਰੂ ਵੱਲ ਮੁੱਖ ਕਰ ਲਿਆ, ਸੰਸਾਰ ਵੱਲ ਕਰ ਲਈ ਪਿੱਠ ਜਿੰਨੇ, ਤਾਂ ਉਹ ਫਿਰ ਗੁਰੂ ਵੱਲ ਹੀ ਤੁਰ ਪਿਆ ਨਾ। ਉਹਨੂੰ ਕਿਹਾ ਹੈ ਗੁਰਮੁਖ। ਗੁਰੂ ਪਰਮਾਤਮਾ ਵੱਲ ਖੜ੍ਹਾ ਹੈ, ਅਤੇ ਜਿਹੜੇ ਗੁਰੂ ਵੱਲ ਚੱਲ ਪਏ ਉਹ ਪਰਮਾਤਮਾ ਵੱਲ ਚੱਲ ਪਏ। ਇੱਕੋ ਹੀ ਗੱਲ ਹੈ। ਸੰਸਾਰ ਵੱਲ ਪਿੱਠ ਕਰ ਲਈ, ਮਨਮੁਖਤਾ ਤਿਆਗ ਤੇ ਗੁਰਮੁਖ ਹੋ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ।